ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਜਿਵੇਂ ਕਿ ਅਸੀਂ ਥੋੜ੍ਹੀ ਬਾਹਰ ਦੀ ਦੁਨੀਆ ਦੇ ਵਿੱਚ ਨਜ਼ਰ ਮਾਰਦੇ ਹਾਂ, ਆਪਾਂ ਦੇਖਦੇ ਹਾਂ ਕਿ ਜਿੱਥੇ ਇਸ ਦੁਨੀਆ ਦੇ ਵਿੱਚ ਮੰਦਰ, ਮਸਜਿਦਾਂ ਜਾਂ ਗੁਰਦੁਆਰੇ, ਗਿਰਜਾ ਘਰ ਪਾਏ ਜਾਂਦੇ ਆ, ਔਰ ਇਹਦੇ ਨਾਲੋਂ ਕਿਤੇ ਵੱਧ ਆਪਾਂ ਛੋਟੇ ਛੋਟੇ ਅਸਥਾਨਾਂ ਨੂੰ ਦੇਖਦੇ ਹਾਂ, ਜਿਨ੍ਹਾਂ ਨੂੰ ਅਸੀਂ ਕਬਰਾਂ ਕਹਿ ਦਿੰਦੇ ਹਾਂ, ਮੜੀਆਂ ਕਹਿੰਦੇ ਹਾਂ, ਗੌੜ ਕਹਿੰਦੇ ਹਾਂ, ਮੱਠ ਕਹਿ ਦਿੰਦੇ ਹਾਂ। ਇਹਨਾਂ ਦਾ ਵੀ ਬੜਾ ਬੋਲਬਾਲਾ ਸੰਸਾਰ 'ਚ ਦੇਖਦੇ ਹਾਂ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਇੱਥੇ ਦੇਖੋ ਦੇਖੀ ਐਸੇ ਮੇਲੇ ਵੀ ਲੱਗਣੇ ਸ਼ੁਰੂ ਹੋ ਗਏ ਆ, ਜਿਹੜੇ ਉੱਥੇ ਧਰਮ ਦੇ ਨਾਂ ਦੇ ਉੱਤੇ ਲੱਗਦੇ ਆ। ਦਰਅਸਲ ਗੱਲ ਕੀ ਹੈ ਕਿ ਇਹ ਸਾਰਾ ਕੁਛ ਇਨਸਾਨ ਦੀ ਅਨਪੜ੍ਹਤਾ ਦੇ ਵਿੱਚੋਂ ਪੈਦਾ ਹੋਇਆ ਅਗਿਆਨ ਹੈਗਾ। ਇਹ ਜਿਹੜਾ ਅਗਿਆਨ ਆ, ਇਨਸਾਨ ਨੂੰ ਹਨੇਰੇ ਦੇ ਵਿੱਚ ਲੈ ਜਾਂਦਾ ਹੈਗਾ। ਅਸਲ ਦੇ ਵਿੱਚ ਧਰਮ ਦੀ ਹੋਂਦ ਇਸ ਵਾਸਤੇ ਸੰਸਾਰ 'ਚ ਆਈ ਸੀ ਤਾਂ ਜੋ ਇਨਸਾਨ ਆਪਣਾ ਜੋ ਅਸਲੀ ਰੂਪ ਆ ਨਾ, ਆਪਣੀ ਖੋਜ ਕਰਕੇ ਉਸ ਖੋਜ ਦੇ ਆਧਾਰ ਦੇ ਉੱਤੇ ਆਪਣੇ ਆਪ ਨੂੰ ਪਛਾਣ ਸਕੇ ਅਤੇ ਇਹ ਜਾਣ ਸਕੇ ਕਿ ਇਹ ਮਨ ਤੋਂ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਆਪਣੇ ਆਪ ਦੀ ਪਛਾਣ ਕਰਕੇ ਉਸ ਵਾਹਿਗੁਰੂ ਦੇ ਨਾਲ ਇੱਕ ਸੁਰ ਹੋ ਕੇ ਆਪਣਾ ਜੀਵਨ ਸਦਾ ਆਨੰਦਮਈ ਅਤੇ ਸੁਖੀ ਬਣਾਵੇ। ਪਰ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਇਨਸਾਨ ਧਰਮ ਦੀ ਜਾਗਰਤੀ ਨਾ ਹੋਣ ਕਰਕੇ ਉਹਨਾਂ ਦੇ ਅੰਦਰ ਜਿਹੜਾ ਨਾ ਸਵਾਰਥ ਹੈ, ਇਹ ਸਵਾਰਥ ਹੀ ਉਹਨਾਂ ਨੂੰ ਇਹਨਾਂ ਕਰਮ ਕਾਂਡਾਂ ਦੇ ਵਿੱਚ ਜਾ ਕੇ ਫਸਾ ਦਿੰਦਾ ਹੈਗਾ, ਜਿਸ ਕਰਕੇ ਇਨਸਾਨ ਦੀ ਜਿਹੜੀ ਹੈ ਨਾ ਸਾਰੀ ਜ਼ਿੰਦਗੀ ਹੈਗੀ ਆ ਇਹਨਾਂ ਕੰਮਾਂ ਦੇ ਵਿੱਚ ਹੀ ਨਿਕਲ ਜਾਂਦੀ ਆ। ਦੂਸਰਾ ਕੀ ਹੁੰਦਾ ਹੈ ਕਿ ਆਪਣੇ ਆਪ ਦੀ ਅਸਲੀਅਤ ਜਾਣਨ ਵਾਸਤੇ ਦਰਅਸਲ ਬਹੁਤ ਮਸ਼ੱਕਤ ਦੀ ਲੋੜ ਪੈਂਦੀ ਹੈ। ਇਹ ਮਸ਼ੱਕਤ ਪੂਰੇ ਗੁਰੂ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਇਸ ਕਰਕੇ ਇਨਸਾਨ ਦੇ ਅੰਦਰ ਜਿਹੜਾ ਹੈ ਨਾ ਸੁਸਤੀ ਜਾਂ ਆਲਸ ਹੈਗੀ ਆ, ਇਹ ਆਲਸ ਵੀ ਜਿਹੜੀ ਹੈ ਨਾ ਉਹਨੂੰ ਇਸ ਕੰਮ ਤੋਂ ਰੋਕਦੀ ਹੈ। ਤੋ ਇਨਸਾਨ ਚਾਹੁੰਦਾ ਹੈ ਕਿ ਛੋਟੇ ਛੋਟੀਆਂ ਆ ਜਿਹੜੀਆਂ ਮੜੀਆਂ, ਕਬਰਾਂ, ਮਸੀਤਾਂ ਹੈਗੀਆਂ, ਇਹਦਾ ਆਸਰਾ ਲੈ ਕੇ ਸ਼ਾਇਦ ਉਹ ਆਪਣਾ ਜੀਵਨ ਸੁਖੀ ਬਣਾਵੇ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਇਹ ਉਹਦਾ ਭਰਮ ਭੁਲੇਖਾ ਹੁੰਦਾ ਹੈ। ਉਹ ਇਹ ਨਹੀਂ ਜਾਣਦਾ ਕਿ ਜਿਹਦੀਆਂ ਕਬਰਾਂ ਹੈ ਉਹਦਾ ਕੋਈ ਇਤਿਹਾਸ ਹੈ ਜਾਂ ਉਹਦੀ ਇਸ ਸਮਾਜ ਨੂੰ ਕੀ ਦੇਣ ਹੈ। ਬਸ ਉਹਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੁੰਦਾ। ਉਹਨੂੰ ਮਤਲਬ ਕੇਵਲ ਅਤੇ ਕੇਵਲ ਆਪਣੇ ਸਵਾਰਥ ਵਾਸਤੇ ਹੁੰਦਾ ਹੈ, ਜਦ ਕਿ ਇਹਨਾਂ ਮਸੀਤਾਂ ਜਾਂ ਮੜੀਆਂ ਕਬਰਾਂ ਦੇ ਪੂਜਣ ਦੇ ਨਾਲ ਕੋਈ ਵੀ ਸਵਾਰਥ ਸਿੱਧ ਨਹੀਂ ਹੁੰਦਾ। ਪਰ ਕਿਉਂਕਿ ਇਹ ਦੇਖਾ ਦੇਖੀ ਦੀ ਇੱਕ ਕਹਿ ਲਓ ਕਿ ਉਹਨਾਂ ਲੋਕਾਂ ਦੀ ਇੱਕ ਆਪਣੀ ਅਨਪੜ੍ਹਤਾ ਦੀ ਮੌਜ ਹੈ, ਇੱਕ ਖੁਸ਼ੀ ਉਹ ਸਮਝਦੇ ਆ ਕਿ ਇਹਦੇ ਵਿੱਚ ਉਹ ਕੁਛ ਸਮੇਂ ਦੇ ਵਾਸਤੇ ਆਪਣੇ ਆਪ ਨੂੰ ਕਿਸੇ ਭਰਮ ਦੇ ਸ਼ਿਕਾਰ ਦੇ ਵਿੱਚ ਤਾਂ ਪਾ ਲੈਂਦੇ ਆ। ਪਰ ਅਸਲ ਦੇ ਵਿੱਚ ਕੀ ਹੁੰਦਾ ਹੈ, ਇਹ ਜਿਹੜਾ ਭਰਮ ਦਾ ਸ਼ਿਕਾਰ ਹੋਏ ਲੋਕ ਹੁੰਦੇ ਹਨ, ਇਹ ਫਿਰ ਜਦੋਂ ਇਸ ਦੁਨੀਆ ਤੋਂ ਚਲੇ ਜਾਂਦੇ ਆ, ਫਿਰ ਇਹਨਾਂ ਦੀਆਂ ਰੂਹਾਂ ਜਿਹੜੀਆਂ ਹਨ ਇਹਨਾਂ ਲੋਕਾਂ ਦੀਆਂ ਮੜੀਆਂ, ਮਸੀਤਾਂ, ਕਬਰਾਂ ਦੇ ਵਿੱਚ ਹੀ ਜੁੜ ਜਾਂਦੀਆਂ ਕਿ ਉਹਨਾਂ ਦੀ ਜਿਹੜੀ ਸੁਰਤ ਹੈ ਨਾ ਉਹਦੇ ਵਿੱਚ ਇਹ ਚੀਜ਼ ਜਿਹੜੀ ਹੈ ਨਾ ਪੂਰੀ ਤਰ੍ਹਾਂ ਉਹਦੇ ਵਿੱਚ ਭਰ ਜਾਂਦੀ ਹੈ। ਇਸ ਕਰਕੇ ਜਿੱਧਰ ਵੀ ਸੁਰਤ, ਜਿੱਧਰ ਵੀ ਵਾਸ਼ਨਾ ਹੋਵੇ, ਉਹੀ ਵਾਸ਼ਨਾ ਫਿਰ ਉਹਨਾਂ ਨੂੰ ਜਨਮ ਦਿਵਾ ਦਿੰਦੀ ਹੈ। ਇਸੇ ਕਰਕੇ ਇਹ ਲੋਕ ਜਿਹੜੇ ਹੈ ਨਾ ਅਖੀਰ ਜਾਂ ਤਾਂ ਸੰਸਾਰ ਨੂੰ ਛੱਡ ਕੇ ਜਾਂਦੇ ਆ, ਅਤੇ ਇਹ ਜਿਹੜੀ ਹੈ ਨਾ ਮਲੀਨ ਰੂਹਾਂ ਹੈਗੀਆਂ, ਭੂਤ ਪ੍ਰੇਤ, ਦੈਂਤ ਜਾਂ ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਜਿਹੜਾ ਦਾ ਜ਼ਿਕਰ ਸਾਨੂੰ ਗੁਰਬਾਣੀ ਵਿੱਚ ਮਿਲਦਾ ਹੈਗਾ, ਉਹਨਾਂ ਦੀ ਜੂਨੀ ਦੇ ਵਿੱਚ ਚਲੇ ਜਾਂਦੀਆਂ। ਅਤੇ ਇਹ ਜਿਹੜੀਆਂ ਰੂਹਾਂ ਹਨ ਇਹਨਾਂ ਜੂਨੀਆਂ ਵਿੱਚ ਜਾ ਕੇ ਫਿਰ ਇਹਨਾਂ ਦੇ ਵਿੱਚ ਹੀ ਅਟਕ ਜਾਂਦੀਆਂ ਹੈ। ਭਾਵ ਕੀ ਹੈ ਕਿ ਹਰੇਕ ਰੂਹ ਜਿਹੜੀ ਆ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੈ, ਚਾਹੇ ਮਲੀਨ ਹੈ ਚਾਹੇ ਸ਼ੁੱਧ ਹੈ, ਉਹਦੇ ਇੱਕ ਇੱਛਾ ਜ਼ਰੂਰ ਮਨ 'ਚ ਹੁੰਦੀ ਕਿ ਉਹਦਾ ਕੋਈ ਆਪਣਾ ਜਿਹੜਾ ਹੈ ਨਾ ਘਰ ਜ਼ਰੂਰ ਹੋਵੇ। ਪਰ ਕਿਉਂਕਿ ਜਿਹੜਾ ਦੇਵ ਲੋਕ ਹੈ, ਇਹ ਦੇਵ ਲੋਕ ਦੇ ਆਪਣੇ 14 ਲੋਕ ਵਾ, ਇਹਨਾਂ ਵਿੱਚ ਇਹਨਾਂ ਦਾ ਨਿਵਾਸ ਹੁੰਦਾ ਹੈ। ਇਸੇ ਤਰ੍ਹਾਂ ਹਰੇਕ ਦਾ ਨਿਵਾਸ ਜਿਹੜਾ ਇਸ ਤਰ੍ਹਾਂ ਹੈ, ਸ਼ਹੀਦ ਸਿੰਘਾਂ ਦੇ ਜਿਹੜੇ ਨਿਵਾਸ ਹੁੰਦੇ ਆ ਬਕੁੰਠ ਧਾਮ ਦੇ ਅੰਦਰ, ਸੱਚਖੰਡ ਦੇ ਅੰਦਰ ਹੁੰਦੇ ਆ। ਪਰ ਇਹ ਜਿਹੜੀਆਂ ਮਲੀਨ ਰੂਹਾਂ ਹੁੰਦੀਆਂ ਇਹਨਾਂ ਦੇ ਵਿੱਚ ਭਟਕਣਾ ਹੁੰਦੀ ਆ, ਅਤੇ ਇਹਨਾਂ ਦਾ ਜਿਹੜਾ ਹੈ ਨਾ ਮੇਨ ਧਿਆਨ ਜਾਂ ਰੁਚੀ ਹੁੰਦੀ ਆ, ਉਹ ਹੁੰਦੀ ਆ ਇਹਨਾਂ ਦੇ ਆਪਣੇ ਸਰੀਰ ਦੇ ਅੰਦਰ। ਇਸ ਕਰਕੇ ਜਿੱਥੇ ਇਹਨਾਂ ਦਾ ਸਰੀਰ ਹੈ ਨਾ ਜਾਂ ਕੰਕਾਲ ਜਾਂ ਪਿੰਜਰ ਹੁੰਦਾ, ਉਹਦੇ ਵਿੱਚ ਇਹ ਰੂਹਾਂ ਆਪਣਾ ਘਰ ਬਣਾ ਲੈਂਦੀਆਂ ਅਤੇ ਉਹਦੇ ਵਿੱਚ ਹੀ ਰਹਿੰਦੀਆਂ ਹੈ। ਇਹ ਜਿਹੜੇ ਕੰਕਾਲ, ਪਿੰਜਰ, ਦੱਬੇ ਹੁੰਦੇ ਆ ਜਿਹਦੇ ਵਿੱਚ ਰੂਹਾਂ ਰਹਿੰਦੀਆਂ ਹੈ, ਇਹ ਫਿਰ ਰੂਹਾਂ ਜਿਹੜੀਆਂ ਹਨ ਇੱਥੋਂ ਨਿਕਲ ਕੇ ਜਦ ਫਿਰ ਆਪਣਾ ਸ਼ਿਕਾਰ ਕਰਦੀਆਂ, ਜੋ ਵੀ ਪ੍ਰਾਣੀ ਇਹਨਾਂ ਦੇ ਅੱਗੇ ਆ ਜਾਂਦਾ ਹੈਗਾ, ਉਸ ਨੂੰ ਇਹ ਚੁੰਬੜ ਜਾਂਦੀਆਂ ਅਤੇ ਉਹਦੇ ਜੀਵਨ ਦੇ ਨਾਲ ਪੂਰੀ ਤਰ੍ਹਾਂ ਖਿਲਵਾੜ ਕਰਦੀਆਂ, ਉਹਨੂੰ ਆਪਣੇ ਵੱਸ ਵਿੱਚ ਕਰਦੀਆਂ। ਅਤੇ ਕਈ ਵਾਰੀ ਇਨਸਾਨ ਜਿਹੜਾ ਹੈ ਨਾ ਮਜਬੂਰ ਹੋ ਕੇ
ਫਿਰ ਉੱਥੇ ਮਾੜੀ ਕਬਰ ਜਿਹੜਾ ਉਹਨਾਂ ਦੇ ਉੱਤੇ ਬਣਾ ਦਿੰਦਾ ਹੈਗਾ, ਜਿਸ ਕਰਕੇ ਦੇਖੋ ਦੇਖੀ ਉਹਨਾਂ ਦੀ ਪੂਜਾ ਹੋਣ ਲੱਗ ਪੈਂਦੀ ਆ ਅਤੇ ਇਹਨਾਂ ਰੂਹਾਂ ਦਾ ਕੰਮ ਵੀ ਫਿਰ ਸੌਖਾ ਹੋ ਜਾਂਦਾ। ਇੱਕ ਤਾਂ ਇਹਨਾਂ ਨੂੰ ਬਾਹਰ ਸ਼ਿਕਾਰ ਕਰਨ ਵਾਸਤੇ ਜਾਣਾ ਨਹੀਂ ਪੈਂਦਾ, ਦੂਸਰਾ ਕੀ ਆ ਕਿ ਜਿਹੜੇ ਸ਼ਖਸ ਫਿਰ ਇਹਨਾਂ ਦੇ ਨਾਲ ਜੁੜ ਜਾਂਦੇ ਆ ਇਹ ਉਹਨਾਂ ਤੋਂ ਫਿਰ ਆਪਣੀ ਖੁਰਾਕ ਜਿਹੜੀ ਆ ਇਹ ਉਹਨਾਂ ਤੋਂ ਵਸੂਲ ਕਰਦੇ ਰਹਿੰਦੇ ਆ। ਭਾਵ ਕੀ ਹੈ ਕਿ ਫਿਰ ਇਹਨਾਂ ਨੂੰ ਹੈ ਨਾ ਸਧਾਰਨ ਤੌਰ 'ਤੇ ਇਹ ਚੀਜ਼ ਜਿਹੜੀ ਪ੍ਰਾਪਤ ਹੁੰਦੀ ਰਹਿੰਦੀ ਆ। ਇਹ ਜਿਹੜੀ ਇਹਨਾਂ ਦੀ ਮਾਨਤਾ ਹੋਣੀ ਸ਼ੁਰੂ ਹੋ ਜਾਂਦੀ ਆ। ਇਸ ਮਾਨਤਾ ਦੇ ਵਿੱਚ ਫਿਰ ਇਹ ਦੇਖਦੇ ਆ ਕਿ ਜਿਹੜਾ ਇਹਨਾਂ ਦੀ ਮਾਨਤਾ ਨਹੀਂ ਕਰਦਾ ਜਾਂ ਜਿਹੜਾ ਇਹਨਾਂ ਦੀ ਪਕੜ ਤੋਂ ਬਾਹਰ ਹੋ ਜਾਂਦਾ, ਇਹ ਫਿਰ ਰੂਹਾਂ ਨੂੰ ਤੰਗ ਕਰਨੀਆਂ ਸ਼ੁਰੂ ਕਰ ਦਿੰਦੀਆਂ ਹੈ। ਉਹ ਵੀ ਇਨਸਾਨ ਫਿਰ ਮਜਬੂਰ ਹੋ ਕੇ ਫਿਰ ਇਹਨਾਂ ਦੇ ਉੱਤੇ ਧੂਫ ਦੀਵਾ ਬੱਤੀ ਕਰਨੀ ਸ਼ੁਰੂ ਕਰ ਦਿੰਦਾ ਹੈ। ਭਾਵ ਕੀ ਆ ਫਿਰ ਇਹ ਆਪਣੇ ਨਾਲ ਹੀ ਜੋੜ ਲੈਂਦੇ ਆ। ਇਹੋ ਜਿਹੇ ਇਨਸਾਨ ਜਦ ਸੰਸਾਰ ਨੂੰ ਛੱਡਦੇ ਆ ਅਤੇ ਸੰਸਾਰ ਨੂੰ ਛੱਡਣ ਤੋਂ ਬਾਅਦ ਇਹਨਾਂ ਰੂਹਾਂ ਦੇ ਵਿੱਚ ਹੀ ਫਿਰ ਇਹਨਾਂ ਨੂੰ ਮਿਲਾ ਦਿੱਤਾ ਜਾਂਦਾ ਹੈਗਾ। ਸੋ ਕਹਿਣ ਤੋਂ ਭਾਵ ਇਹ ਹੈ ਗੁਰਬਾਣੀ ਦਾ ਜਿਵੇਂ ਫਰਮਾਨ ਕਿ ਜੈਸਾ ਸੇਵੇ ਤੈਸਾ ਹੋਵੇ। ਜਿਹੋ ਜਿਹੀ ਜਿਹਦੀ ਕੋਈ ਸੇਵਾ ਕਰਦਾ ਹਨ ਫਿਰ ਉਹੋ ਜਿਹਾ ਉਹਨੂੰ ਫਲ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਇਹ ਪ੍ਰਮਾਣ ਸਾਨੂੰ ਹੈ ਨਾ ਗੁਰਬਾਣੀ ਵਿੱਚ ਸਹਿਜ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੇ ਹੈ ਕਿ ਭੈਰੋ ਭੂਤ ਸੀਤਲਾ ਧਾਵੇ ਖਰ ਵਾਹਨ ਉਹ ਛਾਰ ਅੜਾਵੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਜਿਹਦੇ ਨਾਲ ਜਿਹਦਾ ਕੰਟੈਕਟ ਹੋ ਜਾਂਦਾ ਹੈ ਉਸੇ ਹੀ ਜੂਨ ਦੇ ਵਿੱਚ ਉਹ ਸਿੱਧੇ ਤੌਰ 'ਤੇ ਉੱਤੇ ਚਲਿਆ ਜਾਂਦਾ ਹੈਗਾ। ਸੋ ਜ਼ਰੂਰਤ ਇਹ ਹੈਗੀ ਆ ਕਿ ਅਸੀਂ ਇਹੋ ਜਿਹੀ ਜਗ੍ਹਾ ਦੇ ਨਾਲੋਂ, ਕਿਉਂਕਿ ਸਾਨੂੰ ਪਤਾ ਹੈਗਾ ਗੁਰਬਾਣੀ ਸਾਨੂੰ ਦੱਸਿਆ ਹੈ ਕਿ ਜਿਵੇਂ ਸਤਯੁਗ ਦੇ ਵਿੱਚ 7 ਪ੍ਰਧਾਨ ਸੀਗਾ, ਤ੍ਰੇਤੇ ਦੇ ਵਿੱਚ ਜੱਗ ਸੀਗੇ, ਦੁਆਪਰ 'ਚ ਪੂਜਾ ਅਤੇ ਕਲਯੁਗ ਦੇ ਵਿੱਚ ਕੇਵਲ ਅਤੇ ਕੇਵਲ ਨਾਮ ਪ੍ਰਧਾਨ ਹੀ ਹੈ। ਇਸ ਕਰਕੇ ਨਾਮ ਦੀ ਜਿਹੜੀ ਮਹਿਮਾ ਹੈ ਨਾ ਇਹ ਸਭ ਤੋਂ ਅਪਰੰਪਾਰ ਹੈ, ਕਿਉਂਕਿ ਗੁਰਬਾਣੀ ਨੇ ਤਾਂ ਸਾਨੂੰ ਇੱਥੋਂ ਤੱਕ ਦੱਸਿਆ ਹੈ ਕਿ ਨਾਮ ਤੁਲ ਕੁਛ ਅਵਰ ਨਾ ਹੋਏ, ਨਾਮ ਤੇ ਤੁਲ ਕੋਈ ਚੀਜ਼ ਨਹੀਂ ਹੈ। ਇਸ ਕਰਕੇ ਗੁਰਸਿੱਖ ਨੇ ਜਿਹਨੇ ਆਪਣੇ ਜੀਵਨ ਨੂੰ ਉੱਚਾ ਸੁੱਚਾ ਅਤੇ ਆਪਣੇ ਆਪ ਨੂੰ ਪਛਾਣਨਾ ਹੈਗਾ ਇਸ ਅਵਸਰ ਦੇ ਵਿੱਚ, ਇਸ ਮੌਕੇ ਮਨੁੱਖਾ ਦੇਹੀ ਦੇ ਅੰਦਰ, ਫਿਰ ਉਹਨੂੰ ਨਾਮ ਹੀ ਜਪਣਾ ਚਾਹੀਦਾ ਹੈ ਕਿ ਨਾਮ ਹੀ ਸਭ ਤੋਂ ਉੱਤਮ ਚੀਜ਼ ਹੈ। ਅਤੇ ਨਾਮ ਜਿਹੜਾ ਹੈ ਨਾ ਇਹ ਪੂਰੇ ਗੁਰੂਆਂ ਦੁਆਰਾ ਜਦੋਂ ਕਿਸੇ ਇਨਸਾਨ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਪੂਰੇ ਗੁਰੂ ਦੀ ਕਿਰਪਾ ਦੇ ਅਨੁਸਾਰ ਇਨਸਾਨ ਜਿਹੜਾ ਹੈ ਨਾ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਫਤਿਹ ਕਰ ਲੈਂਦਾ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਇਹ ਜਿਹੜੀਆਂ ਕਬਰਾਂ ਹੈਗੀਆਂ ਇਹਨਾਂ ਦਾ ਆਪਣਾ ਇੱਕ ਘਰ ਹੁੰਦਾ ਹੈਗਾ। ਸੋ ਇਹਨਾਂ ਤੋਂ ਬਚਣ ਦੀ ਲੋੜ ਹੁੰਦੀ ਆ, ਪਰ ਅਸੀਂ ਬਹੁਤ ਵਾਰ ਇਸ ਤਰ੍ਹਾਂ ਦਾ ਦੇਖਦੇ ਹਾਂ ਕਿ ਜਿੱਥੇ ਇਸ ਕਬਰਾਂ ਦੀਆਂ ਰੂਹਾਂ ਜਿਨ੍ਹਾਂ ਦੇ ਵਿੱਚ ਇਹ ਰਹਿੰਦੀਆਂ ਹੈਗੀਆਂ ਕਈ ਵਾਰੀ ਇਹ ਬੜਾ ਜਟਲ ਰੂਪ ਅਖਤਿਆਰ ਕਰ ਜਾਂਦੀਆਂ ਹੈ। ਸੋ ਜ਼ਰੂਰੀ ਆ ਕਿ ਇਹਨਾਂ ਤੋਂ ਜਾਂ ਇਹਨਾਂ ਦਾ ਜਿਹੜਾ ਇਹ ਰਵੱਈਆ ਹੈਗਾ, ਅਗਰ ਇਨਸਾਨ ਨੇ ਉਹ ਤੋਂ ਛੁੱਟਣਾ ਹੈਗਾ ਤਾਂ ਫਿਰ ਇਨਸਾਨ ਨੂੰ ਨਾਮ ਦਾ ਸਿਮਰਨ, ਭਜਨ ਦਾ ਸਿਮਰਨ, ਆਪਣੇ ਜੀਵਨ ਦੇ ਵਿੱਚ ਗੁਰਬਾਣੀ ਨੂੰ ਪੜ੍ਹਨਾ, ਇਹਨਾਂ ਜੋ ਵਿਸ਼ੇਸ਼ ਸਾਨੂੰ ਸਾਧਨ ਧਰਮ ਦੇ ਅੰਦਰ ਦੱਸੇ ਗਏ ਆ ਉਹਨਾਂ ਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਆ, ਤਾਂ ਜੋ ਸਾਡਾ ਜੀਵਨ ਉੱਚਾ ਹੋ ਸਕੇ ਤਾਂ ਸਾਡਾ ਜਿਹੜਾ ਹੈ ਨਾ ਤਪ ਹੈਗਾ ਇਹ ਵੀ ਤੇਜ਼ ਹੋ ਸਕੇ। ਹੁਣ ਜਿਨ੍ਹਾਂ ਦਾ ਤਪ ਤੇਜ਼ ਹੋ ਜਾਂਦਾ ਹੈਗਾ ਵਾਹਿਗੁਰੂ ਵੱਲੋਂ ਉਹਨਾਂ 'ਤੇ ਖਾਸ ਤੌਰ 'ਤੇ ਫਿਰ ਬਖਸ਼ਿਸ਼ ਹੋ ਜਾਂਦੀ ਆ। ਉਹ ਫਿਰ ਪ੍ਰਾਣੀ ਜਿਹੜੇ ਹਨ ਵਾਹਿਗੁਰੂ ਜਿਹੜਾ ਹੈਗਾ ਇਹਨੂੰ ਜਪਦੇ ਉਹ ਆਪ ਇਸ ਸੰਸਾਰ ਤੋਂ ਨਿਰਭਉ ਦੀ ਅਵਸਥਾ 'ਚ ਚਲੇ ਜਾਂਦੇ ਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਨਿਰਭਉ ਜਪੇ ਸਗਲ ਭੈ ਮਿਟੇ। ਜਿਹੜੇ ਨਿਰਭਉ ਨੂੰ ਜਪਦੇ ਆ ਉਹਨਾਂ ਦਾ ਸਗਲ ਭੈ ਮਿਟ ਜਾਂਦਾ ਹੈਗਾ। ਸੋ ਇਸ ਤਰ੍ਹਾਂ ਦਾ ਇੱਕ ਜੀਵਨ ਦੇ ਵਿੱਚ ਜੋ ਪ੍ਰਮਾਣ ਹੈ ਦਾਸ ਸੰਤ ਬਾਬਾ ਜਵਾਲਾ ਸਿੰਘ ਜੀ ਦੇ ਜੀਵਨ ਦੇ ਵਿੱਚ ਵੈਸੇ ਤਾਂ ਅਨੇਕ ਤਰ੍ਹਾਂ ਦੇ ਪ੍ਰਮਾਣ ਆਏ ਆ, ਪਰ ਇੱਕ ਖਾਸ ਪ੍ਰਮਾਣ ਜੋ ਮੜੀਆਂ ਦੀਆਂ ਕਬਰਾਂ ਜਿਹੜੀਆਂ ਸੀਗੀਆਂ ਹਨ ਇਹਦੇ ਵਿੱਚ ਜੋ ਜਿਹੜੀਆਂ 2 ਜਟਲ ਰੂਹਾਂ ਮੁਸਲਮਾਨੀ ਰਹਿੰਦੀਆਂ ਸੀਗਾ ਉਹਨਾਂ ਦੇ ਨਾਲ ਸੰਤਾਂ ਦਾ ਜਿਹੜਾ ਸੀਗਾ ਉਸ ਟਾਈਮ ਦੇ ਵਿੱਚ ਇਉਂ ਕਹਿ ਲਓ ਕਿ ਉਹਨਾਂ ਨੂੰ ਭਜਾਉਣ ਦੇ ਵਿੱਚ ਕਿੰਨੀ ਮਹਾਂਪੁਰਖਾਂ ਨੂੰ ਜਦੋਜਹਿਦ ਕਰਨੀ ਪਈ ਆ। ਇਹਦੇ ਉੱਤੇ ਇੱਕ ਪ੍ਰਮਾਣ ਆਪ ਸਾਰੀਆਂ ਸੰਗਤਾਂ ਵਾਸਤੇ ਸਾਂਝਾ ਕਰਦਾ ਹੈਗਾ। ਸੋ ਇੱਦਾਂ ਹੈ ਕਿ ਇੱਕ ਵਾਰੀ ਹੈ ਨਾ ਸੰਤ ਬਾਬਾ ਜਵਾਲਾ ਸਿੰਘ ਜਿਹੜੇ ਸੀ ਮਹਾਂਪੁਰਖ ਇਹ ਮਕੇਰੀਆਂ ਆਏ। ਜਦ ਮਹਾਂਪੁਰਖ ਮਕੇਰੀਆਂ ਆਏ, ਮਕੇਰੀਆਂ ਦੇ ਅੰਦਰ ਹੈ ਨਾ ਮਹਾਂਪੁਰਖਾਂ ਦਾ ਇੱਕ ਪ੍ਰੇਮੀ ਸੀ ਜਿਹਦਾ ਨਾਂ ਸੀ ਸਰਦਾਰ ਜੋਗਿੰਦਰ ਸਿੰਘ। ਸਰਦਾਰ ਜੋਗਿੰਦਰ ਸਿੰਘ ਹੁਣਾਂ ਦੇ ਕੋਲ ਹੈ ਨਾ ਮਹਾਂਪੁਰਖ ਜਿਹੜੇ ਸੀਗੇ ਇਹ ਚਲੇ ਗਏ ਅਤੇ ਜੋਗਿੰਦਰ ਸਿੰਘ ਦਾ ਪਰਿਵਾਰ ਅਤੇ ਸਰਦਾਰ ਜੋਗਿੰਦਰ ਸਿੰਘ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਦੇ ਬੜੇ ਪ੍ਰੇਮੀ ਸੀ। ਮਹਾਂਪੁਰਖ ਇਹਨਾਂ ਦੇ ਨਾਲ ਬਚਨ ਬਲਾਸ ਕਰਨ ਲੱਗ ਪਏ। ਜਦ ਬਚਨ ਬਲਾਸ ਕਰਨ ਲੱਗੇ ਅਤੇ ਉਸੇ ਟਾਈਮ ਹੈ ਨਾ ਕੁਦਰਤੀ ਸੰਤ ਬਾਬਾ ਹਰੀ ਸਿੰਘ ਜਿਨ੍ਹਾਂ ਦੀ ਸੇਵਾ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੇ ਮਕੇਰੀਆਂ ਸਥਾਨ 'ਤੇ ਲਾਈ ਸੀਗੀ, ਇਹ ਵੀ ਮਹਾਂਪੁਰਖਾਂ ਦਾ ਆਉਣਾ ਸੁਣ ਕੇ ਹੈ ਨਾ ਉੱਥੇ ਆ ਗਏ। ਇਹਨਾਂ ਨੇ ਵੀ ਬੜੇ ਆਦਰ ਸਤਿਕਾਰ ਸਹਿਤ ਸੰਤ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਮੱਥਾ ਟੇਕਿਆ ਅਤੇ ਕੋਲ ਬੈਠ ਕੇ ਅਤੇ ਸੰਤ ਬਾਬਾ ਜਵਾਲਾ ਸਿੰਘ ਜਿਹੜੇ ਸੀ ਜਦੋਂ
ਇਸ ਤਰ੍ਹਾਂ ਗੁਰਮਤਿ ਦੇ ਬਚਨ ਵਿਲਾਸ ਸਰਦਾਰ ਜੋਗਿੰਦਰ ਸਿੰਘ ਨਾਲ ਕਰ ਰਹੇ ਸੀਗੇ। ਤਾਂ ਫਿਰ ਕਰਦੇ ਕਰਦੇ ਹੈ ਨਾ ਜਦ ਬਚਨ ਵਿਲਾਸ ਦੀ ਸਮਾਪਤੀ ਹੋਈ ਤਾਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਸਰਦਾਰ ਹਰੀ ਸਿੰਘ ਹੁਣਾਂ ਨੂੰ ਪੁੱਛਿਆ ਮਹਾਂਪੁਰਖਾਂ ਨੂੰ, ਕਹਿੰਦੇ ਵੀ ਹੋਰ ਸੁਣਾਵੋ ਵੀ ਤੁਹਾਡਾ ਕੀ ਹਾਲ ਆ। ਅਤੇ ਬਾਬਾ ਹਰੀ ਸਿੰਘ ਜੀ ਕਹਿਣ ਲੱਗੇ ਜੀ ਹਾਲ ਤਾਂ ਠੀਕ ਆ। ਅਤੇ ਮਹਾਂਪੁਰਖ ਕਹਿੰਦੇ ਫਿਰ ਸਾਨੂੰ ਇਹ ਦੱਸੋ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਔਕੜ ਜਾਂ ਤੰਗੀ ਜਾਂ ਕਿਸੇ ਚੀਜ਼ ਦੀ ਕੋਈ ਥੋੜ੍ਹ ਹੋਵੇ ਤਾਂ ਸਾਨੂੰ ਦੱਸੋ। ਜਦੋਂ ਬਾਬਾ ਜਵਾਲਾ ਸਿੰਘ ਨੇ ਬਚਨ ਕੀਤੇ ਸਰਦਾਰ ਹਰੀ ਸਿੰਘ ਜੀ ਕੋਲ, ਅਤੇ ਬਾਬਾ ਹਰੀ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋ ਤੁਹਾਡੇ ਹੁੰਦਿਆਂ ਸੁਣਦਿਆਂ ਸਾਨੂੰ ਕਿਸੇ ਚੀਜ਼ ਦੀ ਕੋਈ ਥੋੜ੍ਹ ਨਹੀਂ ਆ, ਕੋਈ ਤੰਗੀ ਵੀ ਨਹੀਂ ਹੈ, ਪਰ ਗੱਲ ਇੱਕ ਹੈਗੀ ਆ ਕਿ ਸਾਨੂੰ ਨਾ ਇੱਥੇ ਇੱਕ ਔਕੜ ਬੜੀ ਹੈ, ਇੱਕ ਰੁਕਾਵਟ ਬੜੀ ਹੈ, ਇੱਕ ਡਾਢੀ ਮੁਸ਼ਕਿਲ ਬਣੀ ਆ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜਵਾਲਾ ਸਿੰਘ ਕਹਿਣ ਲੱਗੇ, ਕਹਿੰਦੇ ਅੱਛਾ, ਕਹਿੰਦੇ ਇਹ ਦੱਸੋ ਔਕੜ ਮੁਸ਼ਕਿਲ ਕਾਹਦੀ ਆ। ਅਤੇ ਫਿਰ ਸੰਤ ਹਰੀ ਸਿੰਘ ਹੁਣਾਂ ਨੇ ਦੱਸਿਆ ਸੀਗਾ ਕਿ ਦਰਅਸਲ ਇੱਥੇ ਅਸਥਾਨ ਦੇ ਵਿੱਚ ਜਿਹੜੀਆਂ ਨਾ 2 ਕਬਰਾਂ ਹੈਗੀਆਂ, ਇਸ ਕਬਰਾਂ ਵਿੱਚ ਰਹਿਣ ਵਾਲੀਆਂ ਰੂਹਾਂ ਉਹਨਾਂ ਨੂੰ ਬਹੁਤ ਤੰਗ ਕਰਦੀਆਂ ਰਹਿੰਦੀਆਂ ਹੈ। ਅਤੇ ਕਹਿੰਦੇ ਮੈਂ ਕਈ ਵਾਰੀ ਫੈਸਲਾ ਕੀਤਾ ਵੀ ਇਹ ਅਸਥਾਨ ਮੈਂ ਛੱਡ ਕੇ ਹੈ ਨਾ ਫਿਰ ਇੱਥੋਂ ਚਲਿਆ ਜਾਵਾਂ, ਪਰ ਤੁਹਾਡੇ ਪ੍ਰੇਮ ਦੇ ਨਾਲ ਬੱਝਾ ਹੋਣ ਕਰਕੇ ਜਾਂ ਆਪਣੀ ਜਿੱਦ ਦੇ ਕਰਕੇ ਹੈ ਨਾ ਮੈਂ ਮਨ 'ਚ ਇਹ ਸੋਚਿਆ ਹੈ ਕਿ ਜਦ ਤੱਕ ਤੁਸੀਂ ਨਹੀਂ ਆਉਂਦੇ ਤਦ ਤੱਕ ਮੈਂ ਇਹ ਅਸਥਾਨ ਛੱਡਣਾ ਨਹੀਂ ਆ। ਹੁਣ ਤੁਸੀਂ ਆ ਗਏ ਆ ਅਤੇ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਕਿ ਇਹ ਜਿਹੜੀਆਂ ਨਾ ਰੂਹਾਂ ਹੈਗੀਆਂ, ਇਹਨਾਂ ਦਾ ਕੋਈ ਅਗਰ ਹੱਲ ਨਾ ਹੋਇਆ ਹਨ ਤਾਂ ਫਿਰ ਸਾਨੂੰ ਜਿਹੜਾ ਹੈ ਇਹ ਅਸਥਾਨ ਮਜਬੂਰ ਤੌਰ 'ਤੇ ਛੱਡਣਾ ਪੈਣਾ ਹੈਗਾ। ਜਦੋਂ ਇਹ ਬਚਨ ਸਰਦਾਰ ਜੋਗਿੰਦਰ ਸਿੰਘ ਜੀ ਦੇ ਸਾਹਮਣੇ ਸੰਤ ਬਾਬਾ ਹਰੀ ਸਿੰਘ ਹੁਣਾਂ ਨੇ ਕੀਤੇ ਆ, ਅਤੇ ਫਿਰ ਬਾਬਾ ਜਵਾਲਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਅੱਛਾ, ਕਹਿੰਦੇ ਇੱਦਾਂ ਕਰੋ ਤੁਸੀਂ ਕੋਈ ਫਿਕਰ ਨਾ ਕਰੋ, ਅਸੀਂ ਦੇਖਦੇ ਹਾਂ ਕਿ ਇਹਨਾਂ ਜਿਹੜੀਆਂ ਕਬਰਾਂ ਵਾਲੀਆਂ ਰੂਹਾਂ ਜਟਲ ਵਾ ਇਹਨਾਂ ਦਾ ਕੀ ਹੋ ਸਕਦਾ। ਇਹ ਸੋਚ ਕੇ ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਉੱਠੇ ਆ ਅਤੇ ਉਹਨਾਂ ਕਬਰਾਂ ਵੱਲ ਨੂੰ ਚਲੇ ਗਏ। ਮਹਾਂਪੁਰਖਾਂ ਨੇ ਜਾ ਕੇ ਜਦੋਂ ਇਹਨਾਂ 2 ਕਬਰਾਂ ਦੇ ਕੋਲ ਜਾ ਕੇ ਹਨ ਆਲੇ ਦੁਆਲੇ ਦੇਖਿਆ, ਦੇਖ ਕੇ ਮਹਾਂਪੁਰਖਾਂ ਨੇ ਫਿਰ ਆਪਣੇ ਜਿਹੜੇ ਸੇਵਕ ਕਬਰਾਂ ਦੇ ਕੋਲ ਬੁਲਾਏ ਆ ਅਤੇ ਮਹਾਂਪੁਰਖ ਆਪ ਉੱਥੇ ਸੱਜ ਗਏ ਅਤੇ ਸੇਵਾਦਾਰਾਂ ਨੂੰ ਕਹਿਣ ਲੱਗੇ ਕਿ ਇਹ ਜਿਹੜੀਆਂ ਦੋਨੇ ਕਬਰਾਂ ਹਨ ਇਹਨਾਂ ਨੂੰ ਢਾਹ ਦਿਓ। ਜਦ ਇੰਨੀ ਗੱਲ ਹੋਈ ਤਾਂ ਸੇਵਾਦਾਰ ਵੀ ਜਿਹੜੇ ਸੀ ਪਹਿਲਾਂ ਤਾਂ ਹੈਰਾਨ ਹੋਏ ਮਹਾਂਪੁਰਖਾਂ ਵੱਲ, ਪਰ ਮਹਾਂਪੁਰਖਾਂ ਦਾ ਬਚਨ ਸੁਣ ਕੇ ਨਾ ਸੇਵਾਦਾਰਾਂ ਨੇ ਫਿਰ ਉਸ ਟਾਈਮ ਇਹ ਕਬਰਾਂ ਜਿਹੜੀਆਂ ਸੀ ਢਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦ ਇਹ ਦੋਨੇ ਕਬਰਾਂ ਢਾਈਆਂ, ਇਹਨਾਂ ਦੋਨਾਂ ਕਬਰਾਂ ਦੇ ਥੱਲਿਓਂ ਫਿਰ 2 ਕੰਗਾਲ ਪਿੰਜਰ ਨਿਕਲੇ ਪੁਰਾਣੇ, ਅਤੇ ਸੇਵਾਦਾਰ ਨੇ ਮਹਾਂਪੁਰਖਾਂ ਨੂੰ ਦੱਸਿਆ ਕਿ ਬਾਬਾ ਜੀ ਵੀ ਥੱਲੇ ਹੈ ਨਾ 2 ਪਿੰਜਰ ਪਏ ਆ। ਮਹਾਂਪੁਰਖ ਕਹਿਣ ਲੱਗੇ ਹਾਂ, ਕਹਿੰਦੇ ਜਿਹੜੇ ਪਿੰਜਰ ਹਨ ਉਸ ਟਾਈਮ ਦੇ ਜਿਹੜੇ ਮੁਸਲਮਾਨ ਉਹਨਾਂ ਦੇ ਹੈਗੇ ਜਿਨ੍ਹਾਂ ਦੀਆਂ ਕਬਰਾਂ ਹੈਗੀਆਂ, ਤੁਸੀਂ ਇਸ ਤਰ੍ਹਾਂ ਕਰੋ ਕਿ ਇੱਕ ਜਗ੍ਹਾ ਹੈ ਨਾ ਦੂਰ ਟੋਆ ਪੱਟ ਦਿਓ ਅਤੇ ਅਸੀਂ ਜਿਹੜੇ ਕੰਗਾਲ ਹਨ ਉਸ ਟੋਏ ਦੇ ਵਿੱਚ ਦੱਬ ਦਿੰਦੇ ਹਾਂ। ਸੋ ਸੇਵਾਦਾਰਾਂ ਨੇ ਇੱਦਾਂ ਹੀ ਕੀਤੀ, ਇੱਕ ਜਗ੍ਹਾ ਦੂਰ ਜਾ ਕੇ ਜਿੱਥੇ ਮਹਾਂਪੁਰਖਾਂ ਨੇ ਦੱਸਿਆ ਸੀਗਾ ਇੱਥੋਂ ਪਿੰਜਰ ਜਿਹੜੇ ਸੀ ਕੱਢ ਕੇ ਦੂਸਰੀ ਜਗ੍ਹਾ ਜਿਹੜੇ ਉਹ ਦੱਬ ਦਿੱਤੇ। ਜਦ ਦੱਬੇ ਆ ਅਤੇ ਬਹੁਤ ਸਾਰੇ ਜਿਹੜੇ ਸੀਗੇ ਆਲੇ ਦੁਆਲੇ ਦੇ ਲੋਕ ਇਹ ਵੀ ਦੇਖਣ ਆ ਗਏ ਕਿ ਮਹਾਂਪੁਰਖ ਜਦੋਂ ਕਬਰਾਂ ਨੂੰ ਢਾਉਂਦੇ ਹੈ ਅਤੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਦਾ, ਕਿਉਂਕਿ ਇਹਨਾਂ ਕਬਰਾਂ ਦੇ ਡਰ ਤੋਂ ਭੈਭੀਤ ਹੋ ਕੇ ਇਲਾਕੇ ਦੇ ਬਹੁਤ ਸਾਰੇ ਜਿਹੜੇ ਲੋਕੀ ਸੀ ਹੈ ਨਾ ਇਸ ਸਥਾਨ 'ਤੇ ਦਿਨੇ ਵੀ ਨਹੀਂ ਸੀ ਆਉਂਦੇ। ਪਰ ਇੱਥੇ ਸੰਤ ਬਾਬਾ ਹਰੀ ਸਿੰਘ ਹੁਣਾਂ ਦੀ ਹੈ ਨਾ ਡਿਊਟੀ ਮਹਾਂਪੁਰਖਾਂ ਨੇ ਲਾਈ ਹੁੰਦੀ ਸੀਗੀ। ਇਸ ਕਰਕੇ ਇਹ ਜਿਹੜੇ ਸੀਗੀਆਂ ਕਬਰਾਂ ਵਾਲੀਆਂ ਰੂਹਾਂ ਮਹਾਂਪੁਰਖਾਂ ਨੂੰ ਤੰਗ ਤਾਂ ਜ਼ਰੂਰ ਕਰਦੀਆਂ ਸੀਗੀਆਂ, ਪਰ ਆਪਣਾ ਜਿਹੜਾ ਸੀ ਕੋਈ ਵਾਰ ਨਹੀਂ ਸੀ ਕਰ ਸਕਦੀਆਂ। ਇੱਧਰੋਂ ਦੇਖੋ, ਜਦ ਮਹਾਂਪੁਰਖਾਂ ਨੇ ਹੈ ਨਾ ਕਬਰਾਂ ਸਾਰੀਆਂ ਢਵਾ ਕੇ ਜਗ੍ਹਾ ਸਾਫ਼ ਕਰਾਤੀ, ਸਾਫ਼ ਕਰਾ ਕੇ ਮਹਾਂਪੁਰਖਾਂ ਨੇ ਉੱਥੇ ਇੱਕ ਸੁੰਦਰ ਤੰਬੂ ਲਾਇਆ ਤਾ। ਤੰਬੂ ਲਾ ਕੇ ਮਹਾਂਪੁਰਖਾਂ ਨੇ ਇਸੇ ਹੀ ਤੰਬੂ ਦੇ ਅੰਦਰ ਹੈ ਨਾ ਫਿਰ ਸਹਿਜ ਪਾਠ ਰੱਖਿਆ। ਜਦ ਸਹਿਜ ਪਾਠ ਰੱਖਿਆ ਫਿਰ ਉਸ ਟਾਈਮ ਮਹਾਂਪੁਰਖਾਂ ਨੇ ਸੰਤ ਬਾਬਾ ਮਹਿੰਦਰ ਸਿੰਘ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੀ ਡਿਊਟੀ ਲਾਈ ਵੀ ਤੁਸੀਂ ਇਸ ਤਰ੍ਹਾਂ ਕਰਨੀ ਆ ਕਿ ਸਹਿਜ ਪਾਠ ਦੀ ਆਰੰਭਤਾ ਕਰਨੀ ਆ ਅਤੇ ਨਾਲੇ ਹੈ ਨਾ ਇਹ ਸਹਿਜ ਪਾਠ ਦਾ ਭੋਗ ਵਿਧੀ ਪੂਰਵਕ ਪਾਉਣਾ ਹੈਗਾ। ਇਸ ਕਰਕੇ ਮਹਾਂਪੁਰਖਾਂ ਨੇ ਉੱਥੇ ਇੱਕ ਜਲ ਦਾ ਕੁੰਭ ਰੱਖਿਆ, ਉੱਤੇ ਨਾਰੀਅਲ ਰੱਖ ਦਿੱਤਾ, ਦੇਸੀ ਘੀ ਦੀ ਜੋਤ ਵੀ ਜਗਾਈ ਅਤੇ ਇੱਕ ਸਿੰਘ ਦੀ ਡਿਊਟੀ ਹੈ ਨਾ ਪਰਮਾਨੈਂਟ ਪੱਕੇ ਤੌਰ 'ਤੇ ਲਾਤੀ ਕਿ ਤੁਸੀਂ ਹੈ ਨਾ ਇੱਥੇ ਅਗਰਬੱਤੀ ਕਰਨੀ ਆ। ਇਸ ਤਰ੍ਹਾਂ ਜਦੋਂ ਨਾ ਸਹਿਜ ਪਾਠ ਸ਼ੁਰੂ ਹੋਇਆ ਅਤੇ ਮਹਾਂਪੁਰਖਾਂ ਨੇ ਬੜੀ ਪ੍ਰੀਤ ਦੇ ਨਾਲ ਸਹਿਜ ਪਾਠ ਸੁਣਿਆ। ਸੁਣਨ ਤੋਂ ਬਾਅਦ ਸਹਿਜ ਪਾਠ ਸੁਣਦੇ ਸਾਰੀ ਹੈ ਨਾ ਫਿਰ ਹੋਰ ਆਲੇ ਦੁਆਲੇ ਜਿਹੜੀ ਸੰਗਤ ਸੀ ਮਹਾਂਪੁਰਖਾਂ ਦਾ ਜਸ ਸੁਣ ਕੇ ਉਹ ਵੀ ਪਹੁੰਚ ਗਈ। ਫਿਰ ਮਹਾਂਪੁਰਖਾਂ ਨੇ ਇਸੇ ਤਰ੍ਹਾਂ ਨਾ ਜਦ ਸ਼ਾਮ ਹੋਈ ਆ ਉਸ ਟਾਈਮ ਫਿਰ ਸਹਿਜ ਪਾਠ ਸੁਣਿਆ। ਉਸ ਤੋਂ ਬਾਅਦ ਫਿਰ ਰਹਿਰਾਸ ਸਾਹਿਬ ਦਾ ਪਾਠ ਜਿਹੜਾ ਸੀਗਾ ਉਹ ਵੀ ਕੀਤਾ। ਉਸ ਤੋਂ ਬਾਅਦ ਮਹਾਂਪੁਰਖਾਂ ਦੇ ਟਾਈਮ ਫਿਰ ਆਰਤੀ ਹੋਈ। ਆਰਤੀ ਤੋਂ ਬਾਅਦ ਫਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਹੋਇਆ। ਜਦ ਸੁਖਣਾ ਆਸਣ ਹੋਇਆ ਤਾਂ ਬਹੁਤ ਸਾਰੀਆਂ ਸੰਗਤਾਂ ਜਿਹੜੇ ਗ੍ਰੰਥੀ ਸਿੰਘ ਸੀ ਸੰਤ ਮਹਿੰਦਰ ਸਿੰਘ ਜੀ ਉਹਨਾਂ ਦੇ ਨਾਲ ਕੋਈ ਗੱਲ ਕਰਨੀਆਂ ਚਾਹੁੰਦੀਆਂ ਸੀ, ਪਰ ਬਾਬਾ ਜਵਾਲਾ ਸਿੰਘ ਨੇ ਕਹਿਤਾ ਵੀ ਕਿਸੇ ਨੇ ਕੋਈ ਗੱਲ ਨਹੀਂ ਕਰਨੀ, ਸਾਰੇ ਆਪੋ ਆਪਣੇ ਜਿਹੜੇ ਬਾਹਰ ਤੰਬੂ ਹੋਰ ਲਾਏ ਉਹਦੇ ਵਿੱਚ ਸੱਜ ਜਾਓ। ਸਾਰੇ ਤੰਬੂ ਸੱਜ ਗਏ ਅਤੇ ਮਹਾਂਪੁਰਖ ਜਿਹੜੇ ਸੀ ਆਪ ਉੱਥੇ ਬੈਠ ਗਏ।
ਬੈਠੇ ਬੈਠੇ ਜਦ ਰਾਤ ਨੂੰ 11 ਵਜੇ ਸੰਤ ਬਾਬਾ ਜਵਾਲਾ ਸਿੰਘ ਨੂੰ ਪਤਾ ਸੀਗਾ ਕਿ ਜਿਨ੍ਹਾਂ ਦੀਆਂ ਕਬਰਾਂ ਢਾਈਆਂ ਹੈਗੀਆਂ ਇਹ ਰੂਹਾਂ ਜਿਹੜੀਆਂ ਆ ਕੇ ਬਹੁਤ ਹੱਲਾ ਕਰਨਗੀਆਂ। ਉਹੀ ਗੱਲ ਹੋਈ ਜਦ ਰਾਤ 11 ਵਜੇ ਇਹ ਦੋਨੇ ਮੁਸਲਮਾਨਾਂ ਦੀਆਂ ਜਿਹੜੀਆਂ ਰੂਹਾਂ ਸੀ ਕਬਰਾਂ ਵਾਲੀਆਂ ਮਹਾਂਪੁਰਖਾਂ ਦੇ ਕੋਲ ਆ ਗਈਆਂ। ਆ ਕੇ ਨਹੀਂ ਆਉਂਦਿਆਂ ਨੇ ਨਾ ਬੜਾ ਸ਼ੋਰ ਕਰਨਾ ਸ਼ੁਰੂ ਕਰ ਦਿੱਤਾ। ਇਹਦਾ ਸ਼ੋਰ ਗੁਲ ਸੁਣ ਕੇ ਆਲੇ ਦੁਆਲੇ ਜਿਹੜੀਆਂ ਸੰਗਤਾਂ ਸੀ ਉਹ ਵੀ ਘਬਰਾ ਗਈਆਂ। ਜਦ ਇੰਨੀ ਗੱਲ ਹੋਈ ਹੈ ਤਾਂ ਮਹਾਂਪੁਰਖਾਂ ਨੂੰ ਕਬਰਾਂ ਕਹਿਣ ਲੱਗੇ ਕਿ ਪਹਿਲੀ ਗੱਲ ਤੁਸੀਂ ਸਾਡਾ ਘਰ ਕਾਹਨੂੰ ਢਾਇਆ ਹੈਗਾ, ਤੁਸੀਂ ਸਾਡਾ ਘਰ ਢਾਉਣ ਵਾਲੇ ਕੌਣ ਹੁੰਦੇ ਆ। ਜਦ ਇਸ ਤਰ੍ਹਾਂ ਦੇ ਰੂਹਾਂ ਨੇ ਜਿਹੜੀ ਹੈ ਨਾ ਉੱਚੀ ਉੱਚੀ ਆਵਾਜ਼ਾਂ ਵਿੱਚ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਦੀ ਗੱਲ ਕਹਿਣਾ ਸ਼ੁਰੂ ਕਰ ਦਿੱਤੀ। ਅਤੇ ਫਿਰ ਬਾਬਾ ਜਵਾਲਾ ਸਿੰਘ ਕਹਿਣ ਲੱਗੇ ਕਿ ਭਾਈ ਇਹ ਘਰ ਜਿਹੜਾ ਹੈ ਨਾ ਇਹ ਸਾਡਾ ਸੀਗਾ ਪਹਿਲਾਂ ਜਿੰਨਾ ਵੀ ਸੀਗਾ, ਪਰ ਇਹ ਤੋਂ ਬਾਅਦ ਫਿਰ ਅਸੀਂ ਇਹ ਘਰ ਜਿਹੜਾ ਸੀਗਾ ਸਥਾਨ ਸੀ ਕੁਛ ਟਾਈਮ ਵਾਸਤੇ ਹੈ ਨਾ ਅਸੀਂ ਇਸ ਤਰ੍ਹਾਂ ਰੱਖ ਦਿੱਤਾ ਸੀਗਾ, ਕਿਉਂਕਿ ਹੁਣ ਸਮਾਂ ਆ ਗਿਆ ਇਸ ਸਥਾਨ ਨੂੰ ਅਸੀਂ ਪ੍ਰਗਟ ਕਰਨਾ ਹੈਗਾ ਅਤੇ ਇਸ ਕਰਕੇ ਤੁਸੀਂ ਹੈ ਨਾ ਇੱਥੋਂ ਚਲੇ ਜਾਓ। ਜਦ ਮਹਾਂਪੁਰਖਾਂ ਨੇ ਬਾਬਾ ਜਵਾਲਾ ਸਿੰਘ ਨੇ ਬੜੀ ਨਿਮਰਤਾ ਦੇ ਸਹਿਤ ਇਹਨਾਂ ਦੋਹਾਂ ਕਬਰਾਂ ਵਾਲੀਆਂ ਰੂਹਾਂ ਦੇ ਨਾਲ ਗੱਲ ਕੀਤੀ, ਪਰ ਇਹ ਜਿਹੜੀਆਂ ਕਬਰਾਂ ਵਾਲੀਆਂ ਰੂਹਾਂ ਸੀਗੀਆਂ ਇਹ ਹੈ ਨਾ ਮਹਾਂਪੁਰਖਾਂ ਦੀ ਨਿਮਰਤਾ ਨੂੰ ਕੀ ਜਾਣਨ। ਇਹ ਤਾਂ ਫਿਰ ਅੱਗੇ ਨਾਲ ਵੀ ਜਿਹੜੀਆਂ ਸੀ ਜ਼ਿਆਦਾ ਕਰੂਲ ਹੋ ਗਈਆਂ। ਕਰੂਲ ਹੋਣ ਦੇ ਬਾਅਦ ਫਿਰ ਮਹਾਂਪੁਰਖਾਂ ਨੇ ਇਹਨਾਂ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਹੁਣ ਇਸ ਤਰ੍ਹਾਂ ਹੈਗਾ ਕਿ ਅਸੀਂ ਹੈ ਨਾ ਤੁਹਾਡੇ ਵਾਸਤੇ ਜਿਹੜਾ ਦੇਸ਼ ਪਾਕਿਸਤਾਨ ਹੈਗਾ ਉਹ ਹੁਣ ਬਣ ਗਿਆ ਹੈਗਾ, ਤੁਸੀਂ ਹੈ ਨਾ ਆਪਣੇ ਹੁਣ ਉਸ ਅਲੱਗ ਦੇਸ਼ ਦੇ ਵਿੱਚ ਚਲੇ ਜਾਓ। ਜਦ ਇੰਨੀ ਗੱਲ ਹੋਈ ਹੈ ਅਤੇ ਫਿਰ ਕਬਰਾਂ ਵਾਲੀਆਂ ਰੂਹਾਂ ਕਹਿਣ ਲੱਗੀ ਕਿ ਸਾਡਾ ਤਾਂ ਇਹੋ ਹੀ ਦੇਸ਼ ਹੈ, ਇਹੋ ਹੀ ਘਰ ਹੈ, ਅਸੀਂ ਤਾਂ ਇੱਥੇ ਰਹਾਂਗੀਆਂ, ਸਾਨੂੰ ਕੌਣ ਹੁੰਦਾ ਕੋਈ ਰੋਕਣ ਵਾਲਾ। ਜਦ ਇਹ ਗੱਲ ਹੋਈ ਆ ਅਤੇ ਇਹਨਾਂ ਕਬਰਾਂ ਨੇ ਆਪਣੇ ਜਿਹੜੇ ਰੂਪ ਸੀਗੇ ਉਹ ਕਰੂਪ ਕਰ ਲਏ। ਜਦੋਂ ਕਰੂਪ ਹੋ ਕੇ ਹੈ ਨਾ ਬਾਬਾ ਜਵਾਲਾ ਸਿੰਘ ਹੁਣਾਂ ਨੂੰ ਡਰਾਉਣ ਲੱਗੀਆਂ ਅਤੇ ਬਾਬਾ ਜਵਾਲਾ ਸਿੰਘ ਨੇ ਦੇਖਿਆ ਕਿ ਇਹ ਜਿਹੜੀਆਂ ਹੈ ਨਾ ਰੂਹਾਂ ਹੈਗੀਆਂ ਇਹ ਕਿਸੇ ਤਰ੍ਹਾਂ ਵੀ ਨਹੀਂ ਮੰਨਦੀਆਂ। ਫਿਰ ਉਸ ਟਾਈਮ ਬਾਬਾ ਜਵਾਲਾ ਸਿੰਘ ਹੁਣਾਂ ਨੇ ਵੀ ਹੈ ਨਾ ਚੌਂਕੜਾ ਜਿੱਦਾਂ ਮਾਰਿਆ ਸੀਗਾ, ਉਸੇ ਟਾਈਮ ਚੌਂਕੜਾ ਮਾਰਨ ਤੋਂ ਬਾਅਦ ਆਪਣੇ ਜਿਹੜੇ ਪ੍ਰਾਣ ਸੀਗੇ 10ਵੇਂ ਦੀਵਾਰ ਲਿਜਾ ਕੇ ਆਪਣੇ ਸੂਖਮ ਸਰੀਰ ਰਾਹੀਂ ਹੈ ਨਾ ਬਾਹਰ ਆ ਗਏ। ਜਦ ਬਾਹਰ ਆ ਗਏ ਜਿੱਥੇ ਰੂਹ ਵਾਲੀਆਂ ਕਬਰਾਂ ਖੜੀਆਂ ਸੀਗੀਆਂ, ਜਦੋਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣੀ ਦੇਹੀ ਜਿਹੜੀ ਸੀ ਨਾ ਰੂਹ ਵਾਲੀਆਂ ਕਬਰਾਂ ਦੇ ਅੱਗੇ ਜਿਹੜੀ ਸੀ ਵਧਾ ਕੇ ਖੜੀ ਕਰ ਲਈ ਅਤੇ ਇਹ ਜਿਹੜੀਆਂ ਰੂਹਾਂ ਸੀਗੀਆਂ ਮਹਾਂਪੁਰਖਾਂ ਦਾ ਇਹ ਰੂਪ ਦੇਖ ਕੇ ਜਿਹੜੀਆਂ ਸੀ ਪੂਰੀ ਤਰ੍ਹਾਂ ਡਰ ਗਈਆਂ, ਨੱਠ ਗਈਆਂ। ਪਰ ਉਸੇ ਟਾਈਮ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣੀ ਇੱਕ ਸੁਰਤ ਰੂਪੀ ਡੰਡਾ ਜਿਹੜਾ ਸੀ ਉਹ ਹੱਥ 'ਚ ਫੜ ਲਿਆ। ਹੱਥ 'ਚ ਫੜ ਕੇ ਇਹਨਾਂ ਦੋਹਾਂ ਕਬਰਾਂ ਵਾਲੀਆਂ ਰੂਹਾਂ ਨੂੰ ਗਰਜ ਕੇ ਕਿਹਾ ਕਿ ਅਗਰ ਤੁਸੀਂ ਚਲੇ ਜਾਓ ਤਾਂ ਠੀਕ ਹੈ, ਨਹੀਂ ਤਾਂ ਫਿਰ ਤੁਹਾਨੂੰ ਇੱਥੋਂ ਨਾ ਬਾਹਰ ਕੱਢਣਾ ਆਉਂਦਾ ਹੈਗਾ। ਪਰ ਇੰਨਾ ਹੋਣ ਦੇ ਬਾਵਜੂਦ ਵੀ ਉਹ ਜਿਹੜੀਆਂ ਕਬਰਾਂ ਦੀਆਂ ਰੂਹਾਂ ਸੀਗੀਆਂ ਉਹਨੇ ਕਹਿ ਦਿੱਤਾ ਕਿ ਤੁਸੀਂ ਜੋ ਮਰਜ਼ੀ ਕਰ ਲਓ ਪਰ ਅਸੀਂ ਇਹ ਰਾਹ ਨਹੀਂ ਛੱਡਣਾ। ਜਦ ਇੰਨੀ ਗੱਲ ਹੋਈ ਤਾਂ ਬਾਬਾ ਜਵਾਲਾ ਸਿੰਘ ਹੁਣਾਂ ਨੇ ਆਪਣਾ ਸੁਰਤ ਰੂਪੀ ਡੰਡਾ ਸੂਖਮ ਸਰੀਰ ਦੇ ਵਿੱਚ ਹੱਥ 'ਚ ਫੜ ਕੇ ਜੋ ਹੀ ਇਹਨਾਂ ਵੱਲ ਉਭਾਰਿਆ ਅਤੇ ਇਹ ਜਿਹੜੀਆਂ ਦੋਨੇ ਰੂਹਾਂ ਸੀਗੀਆਂ ਮੋਹਰੇ ਭੱਜਣੀਆਂ ਸ਼ੁਰੂ ਹੋ ਗਈਆਂ। ਇਹ ਰੂਹਾਂ ਨਾ ਭੱਜਦੀਆਂ ਰਾਵੀ ਦਰਿਆ ਨੂੰ ਨੱਠੀਆਂ। ਜਦ ਨੱਠੀਆਂ ਤਾਂ ਬਾਬਾ ਜਵਾਲਾ ਸਿੰਘ ਇਹਨਾਂ ਦੇ ਪਿੱਛੇ ਕਰਦੇ ਹੈ ਨਾ ਮਹਾਂਪੁਰਖਾਂ ਨੇ ਫਿਰ ਰਾਵੀ ਤੋਂ ਪਾਰ ਇਹ ਰੂਹਾਂ ਜਿਹੜੀਆਂ ਸੀਗੀਆਂ ਉੱਧਰ ਨੂੰ ਕੱਢਣ ਤੋਂ ਬਾਅਦ ਫਿਰ ਬਾਬਾ ਜਵਾਲਾ ਸਿੰਘ ਹੁਣਾਂ ਨੇ ਉਸੇ ਸੁਰਤ ਰੂਪੀ ਡੰਡੇ ਦੇ ਨਾਲ ਉੱਥੇ ਲੀਕ ਖਿੱਚ ਕੇ ਉਹਨਾਂ ਰੂਹਾਂ ਨੂੰ ਕਹਿ ਤਾ ਕਿ ਅਗਰ ਤੁਸੀਂ ਮੁੜ ਕੇ ਇੱਥੇ ਵਾਪਸ ਆਉਂਗੀਆਂ ਤਾਂ ਤੁਸੀਂ ਆਉਂਦਿਆਂ ਸਾਰੀ ਹੈ ਨਾ ਇਹਦੇ ਵਿੱਚ ਭਸਮ ਹੋ ਜਾਓਗੇ। ਜਦ ਇੰਨੀ ਗੱਲ ਕਹੀ ਤਾਂ ਫਿਰ ਕਬਰਾਂ ਵਾਲੀਆਂ ਰੂਹਾਂ ਕਹਿੰਦੀਆਂ ਕਿ ਅਸੀਂ ਹੁਣ ਕਦੇ ਨਹੀਂ ਆਵਾਂਗੀਆਂ, ਅਸੀਂ ਹੁਣ ਇੱਧਰ ਹੀ ਰਹਾਂਗੀਆਂ। ਭਾਵ ਕੀ ਆ ਬਾਬਾ ਜਵਾਲਾ ਸਿੰਘ ਹੁਣਾਂ ਨੇ ਹੈ ਨਾ ਇਹਨਾਂ ਰੂਹਾਂ ਨੂੰ ਜਦੋਂ ਭਜਾ ਕੇ ਮੁੜ ਕੇ ਫਿਰ ਆਪਣਾ ਸੂਖਮ ਸਰੀਰ ਆਪਣੇ ਜਿਹੜੇ ਪੰਜ ਭੂਤਕ ਸਰੀਰ ਦੇ ਵਿੱਚ ਪ੍ਰਵੇਸ਼ ਕੀਤਾ। ਪਰ ਇਹ ਖੇਡ ਜਿਹੜੀ ਸੀ ਇਹ ਮਹਾਂਪੁਰਖ ਹੀ ਜਾਣਦੇ ਸੀਗੇ। ਪਰ ਜਦ ਦਿਨ ਚੜ੍ਹਿਆ ਹੈਗਾ ਮਹਾਂਪੁਰਖਾਂ ਨੇ ਉਸੇ ਟਾਈਮ ਫਿਰ ਅੰਮ੍ਰਿਤ ਵੇਲੇ ਦੇ ਹਿਸਾਬ ਨਾਲ ਸਵੇਰੇ ਉੱਠ ਕੇ ਪਹਿਲਾਂ ਤਾਂ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਆਪਣੀ ਸਿਮਰਨ ਸਾਧਨਾ ਦੇ ਨਾਲ ਫਿਰ ਸਹਿਜ ਪਾਠ ਸਾਹਿਬ ਮਹਾਰਾਜ ਦਾ ਜਿਹੜਾ ਸੀਗਾ ਪਾਠ ਉਹ ਸਰਵਣ ਕੀਤਾ ਸੰਤ ਬਾਬਾ ਮਹਿੰਦਰ ਸਿੰਘ ਹੁਣਾਂ ਕੋਲ। ਫਿਰ ਕੁਛ ਟਾਈਮ ਤੋਂ ਬਾਅਦ ਜਦ ਦਿਨ ਚੜ੍ਹਿਆ ਅਤੇ ਆਲੇ ਦੁਆਲੇ ਜਿਹੜੀ ਪਿੰਡਾਂ ਦੀ ਸੰਗਤ ਸੀ ਉਹ ਵੀ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਫਿਰ ਚਾਹ ਪਾਣੀ ਤੋਂ ਬਾਅਦ ਲੰਗਰ ਵਰਤਾਇਆ ਗਿਆ। ਲੰਗਰ ਛਕ ਕੇ ਮਹਾਂਪੁਰਖਾਂ ਨੇ ਫਿਰ ਕੁਛ ਟਾਈਮ ਜਿਹੜਾ ਸੀਗਾ ਉਹ ਆਰਾਮ ਕੀਤਾ। ਆਰਾਮ ਕਰਨ ਤੋਂ ਬਾਅਦ ਮਹਾਂਪੁਰਖ ਫਿਰ ਬਾਅਦ 2 ਵਜੇ ਕਿਸੇ ਸੰਘਣੀ ਦਰੱਖਤ ਦੇ ਥੱਲੇ ਅੱਟ ਕੇ ਬੈਠ ਗਏ। ਜਦ ਬੈਠ ਕੇ ਤਾਂ ਸਾਰੀਆਂ ਸੰਗਤਾਂ ਮਹਾਂਪੁਰਖਾਂ ਦੇ ਕੋਲ ਸੱਜ ਗਈਆਂ ਅਤੇ ਕੁਛ ਬਚਨ ਵਿਲਾਸ ਵੀ ਹੋਏ। ਇਹਨਾਂ ਬਚਨ ਵਿਲਾਸਾਂ ਤੋਂ ਬਾਅਦ ਨਾ ਫਿਰ ਮਹਾਂਪੁਰਖਾਂ ਨੇ ਸਰਦਾਰ ਜੋਗਿੰਦਰ ਸਿੰਘ ਅਤੇ ਉਹਦਾ ਦੇ ਪਰਿਵਾਰ ਨੂੰ ਅਤੇ ਬਾਕੀ ਸੰਤ ਬਾਬਾ ਹਰੀ ਸਿੰਘ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਫਿਰ ਸੰਤਾਂ ਨੇ ਕਹਿਤਾ ਹੈਗਾ ਕਿ ਸੰਤ ਹਰੀ ਸਿੰਘ ਜੀ ਤੁਸੀਂ ਹੁਣ ਇਸ ਜਗ੍ਹਾ 'ਤੇ ਉੱਤੇ ਹੈ ਨਾ ਬੇਖੌਫ ਹੋ ਕੇ ਤੁਸੀਂ ਸੇਵਾ ਕਰੋ, ਕਿਉਂਕਿ ਜਿਹੜੀਆਂ 2 ਕਬਰਾਂ ਵਾਲੀਆਂ ਰੂਹਾਂ ਅਸੀਂ ਕੱਲ੍ਹ ਇਹਨਾਂ ਨੂੰ ਹੈ ਨਾ ਰਾਵੀ ਤੋਂ ਪਾਰ ਧਕੇਲ ਦਿੱਤਾ ਹੈਗਾ, ਇਹ ਉੱਧਰ ਚਲੀਆਂ ਗਈਆਂ, ਹੁਣ ਵਾਪਸ ਇੱਥੇ ਕਦੇ ਨਹੀਂ ਆਉਣਗੀਆਂ। ਹੁਣ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਰੁਕਾਵਟ ਹੈਗੀ ਆ
ਕੋਈ ਵੀ ਜਿਹੜੀ ਬੰਦਸ਼ ਹੈਗੀ ਆ ਇਹਨਾਂ ਰੂਹਾਂ ਨੇ ਜੋ ਪਾਈ ਸੀ ਔਕੜ, ਉਹ ਤੋਂ ਤੁਸੀਂ ਬੇਪਰਵਾਹ ਹੋ ਕੇ ਹੁਣ ਤੁਸੀਂ ਸੰਗਤ ਦੀ ਸੇਵਾ ਕਰੋ। ਸੋ ਇਸ ਤਰ੍ਹਾਂ ਕਰਦੇ ਕਰਦੇ ਮਹਾਂਪੁਰਖ ਨੇ ਜਿਹੜਾ ਉਹ ਸਹਿਜ ਪਾਠ ਰੱਖਿਆ ਸੀਗਾ। ਫਿਰ ਉਹ 7 ਮਹੀਨੇ ਬਾਅਦ ਭੋਗ ਪਾਇਆ, ਪਰ ਉਸ ਤੋਂ ਬਾਅਦ ਉਸ ਜਗ੍ਹਾ ਦੇ ਉੱਤੇ ਕੋਈ ਵੀ ਸ਼ੋਰ ਗਿੱਲ, ਕਿਸੇ ਕਿਸਮ ਦੀ ਕਿਸੇ ਨੂੰ ਕੋਈ ਤੰਗੀ ਨਹੀਂ ਹੋਈ। ਸੰਗਤਾਂ ਦੇ ਜਿੱਥੇ ਜਿਹੜੀਆਂ ਪਹਿਲਾਂ ਦਿਨੇ ਆਉਣ ਨੂੰ ਵੀ ਡਰਦੀਆਂ ਸੀਗੀਆਂ, ਉਹ ਫਿਰ ਰਾਤ ਨੂੰ ਵੀ ਮਹਾਂਪੁਰਖਾਂ ਦੇ ਬਚਨਮਾਲਾ ਸੁਣਨੀਆਂ ਆਉਣੀਆਂ ਸ਼ੁਰੂ ਹੋ ਗਈਆਂ। ਫਿਰ ਇਹ ਜਗ੍ਹਾ 'ਤੇ ਭਾਰੀਆਂ ਰੌਣਕਾਂ ਹੋਣ ਲੱਗੀਆਂ। ਇਹ ਅਸਥਾਨ ਜਿਹੜਾ ਹੁਣ ਚੜ੍ਹਦੀਆਂ ਕਲਾਂ ਦੇ ਵਿੱਚ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀਆਂ ਕਬਰਾਂ ਦੀਆਂ ਰੂਹਾਂ ਦਾ ਜਟਲ ਰਵੱਈਆ ਮਹਾਂਪੁਰਖਾਂ ਨੇ ਆਪਣੇ ਸੂਖਮ ਸਰੀਰ ਤੋਂ ਬਾਹਰ ਹੋ ਕੇ ਫਿਰ ਇਹਨਾਂ ਨੂੰ ਜਿਹੜਾ ਸੀਗਾ ਉੱਥੋਂ ਕੱਢ ਕੇ ਦੂਰ ਜਿਹੜਾ ਸੀ ਇੱਧਰ ਰਾਵੀਓਂ ਪਾਰ ਭੇਜ ਦਿੱਤਾ ਸੀਗਾ। ਅੱਜ ਇਹ ਜਗ੍ਹਾ ਜਿਹੜੀ ਹੈ ਬੜੀ ਸੁੰਦਰ ਰਮਣੀਕ ਸਥਾਨ ਵਾਲੀ ਮਹਾਂਪੁਰਖਾਂ ਦੇ ਜਿਹੜੇ ਨਾਮ ਦੇ ਨਾਲ ਚੱਲਦੀ ਹੈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸੰਤ ਬਾਬਾ ਜਵਾਲਾ ਸਿੰਘ ਹੋਣੀ ਜਿਹੜੇ ਪੂਰਨ ਮਹਾਂਪੁਰਖ ਬੰਦਗੀ ਵਿੱਚ ਪੂਰੇ ਆ, ਉਹਨਾਂ ਦਾ ਜੋ ਜੀਵਨ ਦੇ ਇਸ ਤਰ੍ਹਾਂ ਦੇ ਅਨੇਕਾਂ ਕੌਤਕ ਉਹਨਾਂ ਦੇ ਜੀਵਨ ਦੇ ਵਿੱਚ ਹੋਏ ਆ, ਇਹ ਸਮੇਂ ਸਮੇਂ 'ਤੇ ਦਾਸ ਸਾਂਝਾ ਕਰਦਾ ਰਹੇਗਾ। ਸੋ ਭਾਵ ਇਹ ਹੈ ਕਿ ਮਹਾਂਪੁਰਖਾਂ ਦਾ ਜੋ ਜੀਵਨ ਹੈ, ਜੋ ਕੌਤਕ ਹੈ, ਇਹ ਤਾਂ ਮਹਾਂਪੁਰਖ ਹੀ ਜਾਣਦੇ ਆ। ਪਰ ਫਿਰ ਵੀ ਉਹ ਜਿੰਨੇ ਵੀ ਪਰਉਪਕਾਰ ਦੇ ਕੰਮ ਕਰਦੇ ਆ, ਉਹ ਸੰਗਤਾਂ ਦੀ ਭਲਾਈ ਦੀ ਕਰਦੇ ਆ, ਤਾਂ ਜੋ ਸੰਗਤਾਂ ਜਿਹੜੀਆਂ ਹੈ ਉਹ ਇਹਨਾਂ ਜੋ ਮੜੀ ਮਸੀਤਾਂ ਹੈਗੀਆਂ ਇਹਨਾਂ ਤੋਂ ਟੁੱਟ ਕੇ ਅਸਲ ਦੇ ਵਿੱਚ ਨਾਮ ਬਾਣੀ ਦੇ ਨਾਲ ਜੁੜਨ, ਅਤੇ ਆਪਣਾ ਵੀ ਅਤੇ ਆਪਣਾ ਪਰਿਵਾਰ ਦਾ ਵੀ ਇਹ ਲੋਕ ਸੁਖਿਆ ਅਤੇ ਪਰਲੋਕ ਸਹੇਲਾ ਕਰ ਸਕਣ ਅਤੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।